ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰ ਝਾਤ ਦਾ ਲੇਖ ਹੈ ਤਿੜਕੀ ਹੋਈ ਕੰਧ ਵਿੱਚ ਉੱਗਿਆ ਬੂਟਾ। ਤਿਆਰੀ ਤੋਂ ਬਿਨਾਂ, ਮਿਹਨਤ ਤੋਂ ਬਿਨਾਂ ਕੇਵਲ ਟੱਕਰਾਂ, ਹਾਦਸੇ ਤੇ ਦੁਰਘਟਨਾਵਾਂ ਹੀ ਵਾਪਰਦੀਆਂ ਹਨ। ਹਰ ਦੁਰਘਟਨਾ ਸਾਨੂੰ ਕਿਸੇ ਨਵੇਂ ਤੇ ਅਣਪਛਾਤੇ ਯਥਾਰਥ ਸਾਹਮਣੇ ਲਿਆ ਖੜਾ ਕਰਦੀ ਹੈ। ਜਦੋਂ ਯਥਾਰਥ ਦਾ ਸਾਹਮਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਭੋਲਾਪਣ ਗੁਆਚਦਾ ਹੈ ਤੇ ਇਸ ਉਪਰੰਤ ਬਹੁਤ ਕੁਝ ਗੁਆਚਣ ਦਾ ਇੱਕ ਅਮੁੱਕ ਸਿਲਸਿਲਾ ਚੱਲ ਪੈਂਦਾ ਹੈ। ਜਦੋਂ ਕੋਈ ਟੱਕਰ ਹੁੰਦੀ ਹੈ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਚਾਲ ਤਾਂ ਸਾਡੀ ਆਪਣੀ ਵਿਗੜੀ ਹੁੰਦੀ ਹੈ, ਪਰ ਅਸੀਂ ਇਹ ਭਰਮ ਉਪਜਾ ਲੈਂਦੇ ਹਾਂ ਕਿ ਵਕਤ ਹੌਲੀ ਹੋ ਗਿਆ ਹੈ, ਜਾਂ ਹੁਣ ਅਸਮਾਨ ਪਹਿਲੇ ਜਿੰਨਾ ਨੀਲਾ ਨਹੀਂ, ਜਾਂ ਫੁੱਲਾਂ ਵਿੱਚ ਪਹਿਲੇ ਵਾਲੀ ਰੌਣਕ ਨਹੀਂ ਰਹੀ। ਜਦੋਂ ਮਨ ਉਦਾਸ ਹੋਵੇ ਉਦੋਂ ਸਭ ਕੁਝ ਉਦਾਸਿਆ ਪ੍ਰਤੀਤ ਹੁੰਦਾ ਹੈ। ਹਰ ਕਿਸੇ ਨਾਲ ਜੀਵਨ ਵਿੱਚ ਅਨੇਕਾਂ ਦੁਰਘਟਨਾਵਾਂ ਵਾਪਰਦੀਆਂ ਹਨ। ਕਹਿੰਦੇ ਹਨ ਵਕਤ ਬੀਤਣ ਨਾਲ ਸਭ ਕੁਝ ਭੁੱਲ ਜਾਂਦਾ ਹੈ, ਪਰ ਸਾਨੂੰ ਸਭ ਕੁਝ ਜੋ ਯਾਦ ਰੱਖਣ ਯੋਗ ਹੁੰਦਾ ਹੈ ਉਹ ਵੀ ਵਕਤ ਤੋਂ ਹੀ ਪ੍ਰਾਪਤ ਹੁੰਦਾ ਹੈ। ਦੁਰਘਟਨਾ ਜਾਂ ਹਾਦਸਾ ਹੋਣ ਦੀ ਸਥਿਤੀ ਵਿੱਚ ਲੋਕ ਤੁਹਾਡੇ ਕੇਵਲ ਬਾਹਰਲੇ ਰੂਪ ਨੂੰ ਵੇਖਦੇ ਹਨ। ਆਪਣੇ ਅੰਦਰਲੇ ਰੂਪ ਨੂੰ ਕੇਵਲ ਤੁਸੀਂ ਵੇਖਦੇ ਹੋ। ਅੰਦਰਲੀ ਟੁੱਟ ਭੱਜ ਦੇ ਕੇਵਲ ਤੁਸੀਂ ਗਵਾਹ ਹੁੰਦੇ ਹੋ। ਹਰ ਹਾਦਸਾ ਸਾਡੇ ਲਈ ਮਰਨ ਦੀ ਇੱਕ ਰਿਹਰਸਲ ਹੋ ਨਿਬੜਦਾ ਹੈ। ਦੁਰਘਟਨਾ ਜਾਂ ਟੱਕਰ ਦੀ ਪੀੜ, ਜੋੜਾਂ ਦਾ ਦਰਦ ਜਾਂ ਸਫਲ ਪਿਆਰ ਦੀ ਚੀਸ ਇਹਨਾਂ ਦੇ ਵਾਪਰਨ ਤੋਂ ਮਗਰੋਂ ਹੀ ਪਤਾ ਲੱਗਦੀ ਹੈ। ਪੀੜ ਤੇ ਦਰਦ ਦਾ ਖੇਤਰ ਵੀ ਬੜਾ ਵਿਸ਼ਾਲ ਹੈ। ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ। ਪਿੱਛੇ ਜਿਹੇ ਜਦੋਂ ਮੇਰਾ ਚੌੜੀ ਸੜਕ ਉੱਤੇ ਇੱਕ ਟਰੱਕ ਨਾਲ ਆਮੋ ਸਾਹਮਣੇ ਹਾਦਸਾ ਹੋ ਗਿਆ ਤਾਂ ਮੌਤ ਨੂੰ ਖੁੱਲ੍ਹੀ ਅੱਖ ਨਾਲ ਵੇਖਣ ਦਾ ਅਵਸਰ ਮਿਲਿਆ। ਇਸ ਟੱਕਰ ਦਾ ਸਦਮਾ ਇੰਨਾ ਗਹਿਰਾ ਸੀ ਕਿ ਕਿੰਨਾ ਹੀ ਅਰਸਾ ਆਪਣੇ ਆਪ ਨੂੰ ਜਿਉਂਦਿਆਂ ਵਿੱਚ ਗਿਣਨ ਦੇ ਪੱਖੋਂ ਬੜੀ ਮੁਸ਼ਕਿਲ ਹੁੰਦੀ ਰਹੀ। ਦੁਰਘਟਨਾਵਾਂ ਤਾਂ ਪਹਿਲਾਂ ਵੀ ਵਾਪਰੀਆਂ ਸਨ, ਸ਼ਾਇਦ ਅੱਗੋਂ ਵੀ ਵਾਪਰਨਗੀਆਂ, ਪਰ ਜਿੰਨੀ ਜ਼ੋਰ ਨਾਲ, ਸ਼ਿੱਦਤ ਨਾਲ ਤੇ ਤੇਜ਼ੀ ਨਾਲ ਹੀ ਵਾਪਰੀ, ਚਾਹਾਂਗਾ ਇਹੋ ਜਿਹੀ ਕਿਸੇ ਨਾਲ ਵੀ ਨਾ ਵਾਪਰੇ। ਮੈਂ ਆਪ ਵੀ ਹੈਰਾਨ ਹਾਂ ਕਿ ਮੈਂ ਬਚ ਕਿਵੇਂ ਗਿਆ ਤੇ ਕਿਉਂ ਬਚ ਗਿਆ। ਲੰਮਾ ਅਰਸਾ ਅਸਮਾਨ ਨੂੰ ਆਪਣੇ ਕਮਰੇ ਦੀ ਬਾਰੀ ਵਿੱਚੋਂ ਦੀ ਦੇਖ ਸਕਦਾ ਸਾਂ। ਕਈ ਹਾਦਸੇ ਪੂਰੀ ਤਰ੍ਹਾਂ ਚੇਤੰਨ ਹੋਣ ਦੇ ਬਾਵਜੂਦ ਵਾਪਰ ਜਾਂਦੇ ਹਨ। ਹਾਦਸਾ ਹੁੰਦਿਆਂ ਹੀ ਸਭ ਤੋਂ ਪਹਿਲਾਂ ਇਹ ਖਿਆਲ ਆਇਆ ਕਿ ਮੇਰੇ ਤਿਲ ਤਾਂ ਮੁੱਕ ਗਏ ਹਨ, ਬੁਲਾਵਾ ਆ ਗਿਆ, ਹੁਣ ਜਾਣਾ ਪਏਗਾ। ਸੰਸਾਰ ਨਾਲੋਂ ਨਾਤਾ ਤੋੜਨ ਦਾ ਵੇਲਾ ਆ ਗਿਆ ਸੀ। ਮਨੁੱਖ ਜੀਵਨ ਭਰ ਘੁੰਮ ਫਿਰ ਕੇ ਮੌਤ ਵੱਲ ਪਰਤ ਆਉਂਦਾ ਹੈ। ਹਰ ਕਿਸੇ ਦਾ ਜੀਵਨ ਕੁਝ ਸਾਲਾਂ ਵਿੱਚ ਫੈਲੀ ਹੋਈ ਘਟਨਾ ਹੁੰਦੀ ਹੈ ਤੇ ਮੌਤ ਇੱਕ ਨੁਕਤੇ ਉੱਤੇ ਸੁੰਗੜਿਆ ਹੋਇਆ ਫੈਲਾਅ ਹੁੰਦੀ ਹੈ। ਸੜਕ ਤੇ ਲਹੂ ਲੁਹਾਨ ਹੋਇਆ ਪਿਆ ਸਾਂ। ਆਪਣੇ ਆਪ ਨੂੰ ਮਰਨ ਲਈ ਮਨਾ ਲਿਆ ਸੀ। ਇਹ ਨਿਰਸੰਦੇਹ ਔਖਾ ਹੁੰਦਾ ਹੈ, ਪਰ ਹਾਦਸੇ ਵੇਲੇ ਦੀ ਹਾਲਤ ਇਸ ਕੰਮ ਨੂੰ ਸੌਖਾ ਕਰ ਦਿੰਦੀ ਹੈ। ਆਲੇ ਦੁਆਲੇ ਲੋਕ ਖਲੋਤੇ ਸਨ, ਉਹ ਦਿਸ ਰਹੇ ਸਨ, ਪਰ ਪਰਛਾਵਿਆਂ ਵਰਗੇ ਲੱਗ ਰਹੇ ਸਨ। ਹਾਦਸੇ ਦੀ ਹਾਲਤ ਵਿੱਚ ਜਿਹੜੇ ਲੋਕ ਰੁਕ ਜਾਂਦੇ ਹਨ ਉਹਨਾਂ ਕੋਲ ਸੂਝ ਅਤੇ ਸਾਧਨ ਨਹੀਂ ਹੁੰਦੇ, ਤੇ ਜਿਨ੍ਹਾਂ ਕੋਲ ਸਾਧਨ ਹੁੰਦੇ ਹਨ ਉਹ ਰੁਕਦੇ ਨਹੀਂ। ਇਹ ਸੰਸਾਰ ਦਾ ਸੁਭਾਅ ਹੈ। ਸੜਕ ਉੱਤੇ ਮਰਨਾ ਕਿਸੇ ਦੀ ਵੀ ਮਰਜ਼ੀ ਨਹੀਂ ਹੁੰਦੀ। ਆਪਣੀ ਮਰਜ਼ੀ ਨਾਲ ਕੋਈ ਵੀ ਨਹੀਂ ਮਰਦਾ। ਸੜਕ ਉੱਤੇ ਖਲੋਤੇ ਲੋਕਾਂ ਦੀ ਪਿੱਛੇ ਲੱਗਣ ਦੀ ਲਗਨ ਤਾਂ ਹੁੰਦੀ ਹੈ, ਪਰ ਪਹਿਲ ਕਰਨ ਦੀ ਹਿੰਮਤ ਨਹੀਂ ਹੁੰਦੀ। ਫੱਟੜ ਵਿਅਕਤੀ ਦੀ ਸਰੀਰਕ ਪੀੜ ਉਸ ਦੀ ਬੋਲਣ ਦੀ ਸ਼ਕਤੀ ਉਸ ਤੋਂ ਖੋਹ ਲੈਂਦੀ ਹੈ। ਬੇਹੋਸ਼ੀ ਅਤੇ ਦਰਦ ਕੁਦਰਤ ਵੱਲੋਂ ਸਰੀਰ ਨੂੰ ਹਿਲਾਉਣ ਤੋਂ ਰੋਕਣ ਦੇ ਸਾਧਨ ਹਨ। ਮੈਨੂੰ ਆਲੇ ਦੁਆਲੇ ਲੋਕ ਵਿਖਾਈ ਤਾਂ ਦੇ ਰਹੇ ਸਨ, ਉਹਨਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ। ਸ਼ਾਇਦ ਕੋਈ ਭੈ ਸੀ ਜਿਹੜਾ ਉਹਨਾਂ ਨੂੰ ਮੇਰੇ ਨੇੜੇ ਆਉਣ ਤੋਂ ਰੋਕ ਰਿਹਾ ਸੀ। ਜਦੋਂ ਸਰੀਰ ਵਿੱਚੋਂ ਲਹੂ ਵਗਣ ਲੱਗ ਪਵੇ ਤਾਂ ਸਰੀਰ ਆਪਣੀ ਗਰਮੀ ਗੁਆਉਣ ਕਾਰਨ ਪਹਿਲਾਂ ਕੰਬਣ, ਤੜਪਣ ਤੇ ਮਗਰੋਂ ਸੁੰਨ ਹੋਣ ਲੱਗ ਪੈਂਦਾ ਹੈ। ਜੇ ਕੜਾਕੇ ਦੀ ਠੰਡ ਹੋਵੇ ਤਾਂ ਇਹ ਕਿਰਿਆ ਬੜੀ ਤੇਜ਼ੀ ਨਾਲ ਵਾਪਰਦੀ ਹੈ। ਜਦੋਂ ਇਹ ਕੁਝ ਮੇਰੇ ਨਾਲ ਵਾਪਰ ਰਿਹਾ ਸੀ ਤਾਂ ਮੈਂ ਇਸ ਨੂੰ ਆਪਣੀ ਹੋਣੀ ਮੰਨ ਕੇ ਮਰਨਾ ਸਵੀਕਾਰ ਕਰ ਲਿਆ ਸੀ। ਉਦੋਂ ਮੈਨੂੰ ਖਿਆਲ ਆਇਆ ਕਿ ਮੇਰੇ ਘਰ ਪਤਾ ਲੱਗੇਗਾ ਤਾਂ ਉਹ ਪਰੇਸ਼ਾਨ ਹੋਣਗੇ, ਪਰ ਨਾਲ ਹੀ ਖਿਆਲ ਆਇਆ ਕਿ ਮੈਂ ਮਜਬੂਰ ਹਾਂ, ਮੈਂ ਕਰ ਵੀ ਕੀ ਸਕਦਾ। ਜ਼ਿੰਦਗੀ ਨੂੰ ਮੱਥਾ ਟੇਕ ਕੇ ਜਦੋਂ ਮੈਂ ਆਪਣਾ ਸਿਰ ਸੜਕ ਉੱਤੇ ਟਿਕਾ ਦਿੱਤਾ ਤਾਂ ਜਿਵੇਂ ਆਖਰੀ ਵਾਰ ਸੰਸਾਰ ਨੂੰ ਵਿਦਾ ਹੋਣ ਵਾਲੀ ਧੁੰਦਲੀ ਨਜ਼ਰ ਨਾਲ ਵੇਖਿਆ ਤੇ ਮੌਤ ਦੇ ਬੂਹੇ ਤੇ ਆਪਣੀ ਵਾਰੀ ਮੱਲ ਕੇ ਖਲੋ ਗਿਆ। ਉਹ ਅਨੁਭਵ ਅਜਿਹਾ ਹੈ
ਜਿਹੜਾ ਸ਼ਬਦਾਂ 'ਚ ਨਹੀਂ ਪ੍ਰਗਟਾਇਆ ਜਾ ਸਕਦਾ। ਮੌਤ ਨੂੰ ਇੰਨੀ ਨੇੜਿਓਂ ਵੇਖਣ ਤੋਂ ਬਾਅਦ ਉਸ ਤੋਂ ਅਣਜਾਣ ਹੋਣਾ ਬੜਾ ਮੁਸ਼ਕਿਲ ਲੱਗ ਰਿਹਾ ਹੈ। ਹਰ ਕਿਸੇ ਦੇ ਜੀਵਨ ਵਿੱਚ ਕੁਝ ਚਮਤਕਾਰ ਵਾਪਰਦੇ ਹਨ। ਪਤਾ ਨਹੀਂ ਕਿੱਥੋਂ, ਪਤਾ ਨਹੀਂ ਕਿਸਨੇ, ਪਤਾ ਨਹੀਂ ਕਿਵੇਂ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ। ਜਿਵੇਂ ਬੁਝਿਆ ਹੋਇਆ ਦੀਵਾ ਜਗ ਪੈਂਦਾ ਹੈ, ਰੁਕੀ ਹੋਈ ਹਵਾ ਚੱਲ ਪੈਂਦੀ ਹੈ, ਮੇਰਾ ਰੁਕਿਆ ਹੋਇਆ ਸਾਹ ਚੱਲ ਪਿਆ। ਜਿਵੇਂ ਸਿੱਪੀ ਵਿੱਚੋਂ ਮੋਤੀ ਨਿਕਲ ਆਉਂਦਾ ਹੈ, ਜਿਵੇਂ ਅਚਾਨਕ ਬਿਜਲੀ ਚਮਕ ਪੈਂਦੀ ਹੈ, ਉਵੇਂ ਮੇਰੀ ਕਿਸਮਤ ਜਾਗ ਪਈ। ਜਿਸ ਨੇ ਮੈਨੂੰ ਹੱਥ ਪਾਇਆ ਉਹਦੇ ਹੱਥਾਂ ਵਿੱਚ ਮੇਰੀ ਕਿਸਮਤ ਦੀਆਂ ਲਕੀਰਾਂ ਸਨ। ਅਲਵਿਦਾ ਕਰਦਿਆਂ ਕਰਦਿਆਂ ਜ਼ਿੰਦਗੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਸੀ। ਜਿਸ ਨੇ ਮੈਨੂੰ ਬਚਾਇਆ ਉਹ ਰੱਬ ਵਰਗਾ ਨਹੀਂ ਸੀ, ਰੱਬ ਉਸ ਵਰਗਾ ਹੋਏਗਾ। ਜ਼ਿੰਦਗੀ ਤੇ ਮੌਤ ਵਿੱਚ ਕਿੰਨਾ ਥੋੜ੍ਹਾ ਫਾਸਲਾ ਹੈ, ਇਹ ਮੈਂ ਜਾਣ ਗਿਆ ਸਾਂ। ਇਹ ਅਨੁਭਵ ਜਿਸ ਕਿਸੇ ਨਾਲ ਵੀ ਗੰਭੀਰ ਹਾਦਸਾ ਵਾਪਰਿਆ ਹੋਏਗਾ ਉਸ ਨੂੰ ਭੁੱਲਣ ਵਾਲਾ ਨਹੀਂ। ਜਿਸ ਨੇ ਮੈਨੂੰ ਬਚਾਇਆ ਉਹਦੇ ਹੱਥਾਂ ਪਿੱਛੇ ਜ਼ਿੰਦਗੀ ਦੇ ਪੂਰੇ ਸਾਗਰ ਦਾ ਸਮਰਥਨ ਸੀ। ਜਿਵੇਂ ਟੋਏ ਨੂੰ ਭਰਨ ਲਈ ਮੀਂਹ ਦਾ ਪਾਣੀ ਚਾਰੇ ਪਾਸਿਓਂ ਉਸ ਵੱਲ ਦੌੜ ਪੈਂਦਾ ਹੈ, ਇਵੇਂ ਹੀ ਜਿੱਥੇ ਕਿਧਰੇ ਵੀ ਜ਼ਿੰਦਗੀ ਦੀ ਸੰਭਾਵਨਾ ਹੁੰਦੀ ਹੈ, ਕੁਦਰਤ ਦੀਆਂ ਸ਼ਕਤੀਆਂ ਉਸ ਪਾਸੇ ਵੱਲ ਉੱਲਰ ਪੈਂਦੀਆਂ ਹਨ। ਮੌਤ ਦੇ ਚੁਰਾਹੇ ਵਿੱਚ ਖਲੋਤੀ ਮੇਰੀ ਕਿਸਮਤ ਨੇ ਇੱਕ ਮੋੜ ਕੱਟਿਆ। ਦੂਜਿਆਂ ਦੀ ਮੌਤ ਜਾਂ ਦੁਰਘਟਨਾ ਨੂੰ ਵੇਖ ਕੇ ਅਸੀਂ ਆਪਣੇ ਆਪ ਨਾਲ ਹੋਣ ਵਾਲੀ ਦੁਰਘਟਨਾ ਤੇ ਵਾਪਰਨ ਵਾਲੀ ਮੌਤ ਨੂੰ ਯਾਦ ਕਰਦੇ ਹਾਂ, ਉਸ ਦਾ ਅਭਿਆਸ ਕਰਦੇ ਹਾਂ। ਹਨੇਰਾ ਮਨੁੱਖ ਦਾ ਸੁਭਾਅ ਨਹੀਂ ਹੈ, ਮਨੁੱਖ ਦਾ ਸੁਭਾਅ ਚਾਨਣਾ ਹੈ। ਇਸ ਕਰਕੇ ਉਹ ਵਿਰੋਧੀ ਹਾਲਤਾਂ ਦੇ ਬਾਵਜੂਦ ਜਿਉਣਾ ਚਾਹੁੰਦਾ ਹੈ। ਜਿਉਣ ਦੀ ਤਾਂਘ ਸਾਰੀਆਂ ਤਾਂਘਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਇਹ ਸਾਡਾ ਭੁਲੇਖਾ ਹੈ ਕਿ ਅਸੀਂ ਜਿਉਂਦੇ ਹਾਂ। ਸੱਚ ਤਾਂ ਇਹ ਹੈ ਕਿ ਜ਼ਿੰਦਗੀ ਸਾਡੇ ਰਾਹੀਂ ਧੜਕਦੀ ਹੈ। ਬੱਚੇ ਨੂੰ ਜਨਮ ਕੁਦਰਤ ਦਿੰਦੀ ਹੈ, ਪਰ ਦਿੰਦੀ ਮਾਂ ਰਾਹੀਂ ਹੈ। ਬੱਚੇ ਨੂੰ ਪਾਲਦੀ ਵੀ ਕੁਦਰਤ ਹੈ, ਪਰ ਪਾਲਦੀ ਮਾਪਿਆਂ ਰਾਹੀਂ ਹੈ। ਇਵੇਂ ਅਸੀਂ ਸਾਰੇ ਕੁਦਰਤ ਦੀ ਆਗਿਆ ਦਾ ਪਾਲਣ ਕਰ ਰਹੇ ਹੁੰਦੇ ਹਾਂ। ਆਗਿਆ ਦੇ ਇਸ ਪਾਲਣ ਨੂੰ ਹੀ ਜੀਵਨ ਕਹਿੰਦੇ ਹਨ। ਮੈਨੂੰ ਬਚਾਉਣ ਵਾਲੇ ਨੇ ਜਦੋਂ ਮੈਨੂੰ ਸਹਾਰਾ ਦਿੱਤਾ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਆਪਣੀਆਂ ਲੱਤਾਂ 'ਤੇ ਹੀ ਖਲੋਤਾ ਸਾਂ। ਜ਼ੋਰ ਲਾ ਕੇ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਆਲਾ ਦੁਆਲਾ ਮੈਨੂੰ ਦਿਸਣ ਲੱਗ ਪਿਆ। ਮੈਨੂੰ ਖਿਆਲ ਆਇਆ ਕਿ ਮੈਂ ਖਲੋਤਾ ਹੋਇਆ। ਆਪਣੀਆਂ ਲੱਤਾਂ ਨੂੰ ਪਰਖਣ ਲਈ ਮੈਂ 2-3 ਕਦਮ ਇੱਧਰ ਉੱਧਰ ਟੁਰ ਕੇ ਵੇਖਿਆ। ਮੈਨੂੰ ਉਹ ਠੀਕ ਲੱਗੀਆਂ। ਸੱਜਾ ਹੱਥ ਕੁਚਲਿਆ ਗਿਆ ਸੀ, ਪਰ ਮੈਂ ਅੰਗੂਠੇ ਨਾਲ ਦੂਜੇ ਗੁੱਟ 'ਤੇ ਬੰਨੀ ਘੜੀ ਦੇ ਸ਼ੀਸ਼ੇ 'ਤੇ ਹੱਥ ਫੇਰ ਕੇ ਵੇਖਿਆ ਤੇ ਮੈਨੂੰ ਅੰਦਾਜ਼ਾ ਹੋ ਗਿਆ ਜੇ ਘੜੀ ਦਾ ਸ਼ੀਸ਼ਾ ਠੀਕ ਹੈ ਤਾਂ ਮੇਰੀ ਬਾਂਹ ਵੀ ਸ਼ਾਇਦ ਠੀਕ ਹੋਵੇ। ਹੌਲੀ ਹੌਲੀ ਮੈਨੂੰ ਵਿਸ਼ਵਾਸ ਹੋ ਗਿਆ ਕਿ ਗੰਭੀਰ ਸੱਟਾਂ ਤਾਂ ਲੱਗੀਆਂ ਹਨ, ਪਰ ਮਰਨ ਤੋਂ ਬਚਿਆ ਜਾ ਸਕਦਾ ਹੈ। ਖਲੋਤੇ ਰਹਿਣਾ ਔਖਾ ਸੀ, ਅੰਤਾਂ ਦੀ ਦਰਦ ਸੀ ਤੇ ਇਵੇਂ ਲੱਗ ਰਿਹਾ ਸੀ ਜਿਵੇਂ ਆਲੇ ਦੁਆਲੇ ਕੋਈ ਠੰਡੀ ਹਨੇਰੀ ਚੱਲ ਰਹੀ ਸੀ। ਸਰੀਰ 'ਚ ਕੰਬਣੀ ਸ਼ੁਰੂ ਹੋ ਗਈ ਸੀ। ਅਜਿਹੀ ਹਾਲਤ ਨਾਲ ਨਜਿੱਠਣ ਲਈ ਕੋਈ ਸੋਝੀ ਜਾਂ ਸੂਝ ਨਾ ਹੋਣ ਕਾਰਨ ਮੁਸੀਬਤ ਬੜੀ ਵੱਡੀ ਤੇ ਆਪਣੀ ਸਮਰੱਥਾ ਬੜੀ ਛੋਟੀ ਪ੍ਰਤੀਤ ਹੋ ਰਹੀ ਸੀ। ਮੈਨੂੰ ਬਚਾਉਣ ਵਾਲਾ ਹਰ ਸੰਭਵ ਯਤਨ ਕਰ ਰਿਹਾ ਸੀ, ਪਰ ਜ਼ਿੰਦਗੀ ਦੇ ਵਿਹੜੇ ਵਿੱਚ ਮੈਂ ਨਿਰੰਤਰ ਤਿਲਕ ਰਿਹਾ ਸਾਂ। ਸਾਂਭਣ ਦੇ ਯਤਨ ਵਿੱਚ ਸਭ ਕੁਝ ਗੁਆਚਦਾ ਜਾ ਰਿਹਾ ਸੀ। ਜ਼ਿੰਦਗੀ ਮੌਤ ਨੂੰ ਤੋਲ ਰਹੀ ਸੀ ਤੇ ਮੌਤ ਜ਼ਿੰਦਗੀ ਨੂੰ ਮਾਪ ਰਹੀ ਸੀ। ਸਮਝ ਨਹੀਂ ਸੀ ਆ ਰਹੀ ਕਿ ਕਿਸ ਦਾ ਬਰ ਵੱਡਾ ਹੈ। ਜਿਸ ਨੇ ਅਸਮਾਨ ਨਾ ਵੇਖਿਆ ਹੋਵੇ, ਕੇਵਲ ਆਪਣਾ ਵਿਹੜਾ ਹੀ ਵੇਖਿਆ ਹੋਵੇ, ਉਸ ਨੂੰ ਆਪਣਾ ਵਿਹੜਾ ਵੱਡਾ ਲੱਗਦਾ ਹੈ। ਮੈਂ ਅਸਮਾਨ ਵੇਖਿਆ ਤਾਂ ਕਈ ਵਾਰੀ ਸੀ ਤੇ ਮੈਨੂੰ ਪਤਾ ਸੀ ਕਿ ਅਸਮਾਨ ਦੇ ਮੁਕਾਬਲੇ ਵਿਹੜਾ ਬਹੁਤ ਛੋਟਾ ਹੁੰਦਾ ਹੈ, ਪਰ ਉਸ ਵੇਲੇ ਹੋਣ ਵਾਲੀ ਦਰਦ ਮੈਨੂੰ ਜ਼ਿੰਦਗੀ ਦੇ ਬਨੇਰੇ ਨੂੰ ਹੱਥ ਪਾਉਣ ਲਈ ਹਿੰਮਤ ਦੇਣ ਦੀ ਥਾਂ ਮੈਨੂੰ ਮੌਤ ਨੂੰ ਸਵੀਕਾਰ ਕਰਨ ਲਈ ਪ੍ਰੇਰ ਰਹੀ ਸੀ। ਇਹ ਇੱਕ ਅਜਿਹੀ ਹਾਲਤ ਸੀ ਕਿ ਜਦੋਂ ਮੈਂ ਮੌਤ ਬਾਰੇ ਸੋਚਦਾ ਸਾਂ ਤਾਂ ਮੇਰੀ ਦਰਦ ਲੂਪ ਹੋ ਜਾਂਦੀ ਸੀ ਤੇ ਅਜੀਬ ਕਿਸਮ ਦੀ ਸ਼ਾਂਤੀ ਪਸਰ ਜਾਂਦੀ ਸੀ, ਤੇ ਜਦੋਂ ਮੈਂ ਜਿਉਣ ਬਾਰੇ ਸੋਚਦਾ ਸਾਂ ਤਾਂ ਚੀਸਾਂ ਉੱਭਰ ਪੈਂਦੀਆਂ ਸਨ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਹਰ ਇੱਕ ਗੰਭੀਰ ਫੱਟੜ ਨੂੰ ਇਸ ਦੁਚਿੱਤੀ ਵਿੱਚੋਂ ਲੰਘਣਾ ਪੈਂਦਾ ਹੈ ਤੇ ਕਈ ਵਾਰੀ ਅਸੀਂ ਆਪਣੀ ਸਹਿਮਤੀ ਮੌਤ ਦੇ ਪੱਖ ਵਿੱਚ ਪ੍ਰਗਟਾ ਦਿੰਦੇ ਹਾਂ ਤੇ ਮੌਤ ਸਾਨੂੰ ਸਵੀਕਾਰ ਕਰ ਲੈਂਦੀ ਹੈ। ਇਹ ਸਭ ਕੁਝ ਥੋੜ੍ਹੇ ਮਿੰਟਾਂ ਦੇ ਵਿਚਕਾਰ ਵਾਪਰਦਾ ਹੈ, ਪਰ ਜਿਨ੍ਹਾਂ ਨਾਲ ਵਾਪਰਦਾ ਹੈ ਉਹਨਾਂ ਨੂੰ ਵਕਤ ਦੀ ਨਵੀਂ ਸੋਝੀ ਪ੍ਰਾਪਤ ਹੁੰਦੀ ਹੈ। ਕਈ ਵਾਰੀ ਮਰੀਜ਼ ਨੂੰ ਉਸਦੀ ਅੰਦਰਲੀ ਗਵਾਹੀ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਦੇ ਸਾਹ ਥੋੜ੍ਹੇ ਹੁੰਦੇ ਜਾ ਰਹੇ ਹਨ।
ਇਵੇਂ ਉਸ ਦਾ ਜ਼ਿੰਦਗੀ ਤੋਂ ਹੌਲੀ ਹੌਲੀ ਵਿਸ਼ਵਾਸ ਉੱਠ ਜਾਂਦਾ ਹੈ। ਇਹ ਜ਼ਿੰਦਗੀ ਮੌਤ ਦੀ ਵਿਚਕਾਰਲੀ ਅਵਸਥਾ ਹੁੰਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕੋਈ ਘੜੀ ਖਰਾਬ ਹੁੰਦੀ ਹੈ ਤਾਂ ਉਸ ਦੀਆਂ ਮਿੰਟਾਂ ਸਕਿੰਟਾਂ ਦੀਆਂ ਸੂਈਆਂ ਬੇਮੁਹਾਰ ਹੋ ਜਾਂਦੀਆਂ ਹਨ। ਨੁਕਸ ਸੂਈਆਂ ਵਿੱਚ ਨਹੀਂ, ਘੜੀ 'ਚ ਹੁੰਦਾ ਹੈ। ਇਵੇਂ ਦੁਰਘਟਨਾ ਵੇਲੇ ਬਾਹਰਲੀਆਂ ਸੱਟਾਂ ਅੰਦਰਲੀ ਟੁੱਟ ਭੱਜ ਦੇ ਬਾਹਰਲੇ ਪ੍ਰਮਾਣ ਹੁੰਦੀਆਂ ਹਨ। ਸਭ ਕੁਝ ਬੜਾ ਬੋਝਲ, ਔਖਾ ਤੇ ਭਾਰਾ ਪ੍ਰਤੀਤ ਹੋ ਰਿਹਾ ਸੀ। ਜਦੋਂ ਸਾਡੇ ਆਲੇ ਦੁਆਲੇ ਸ਼ੁਭ ਚਿੰਤਕ ਆ ਜੁੜਦੇ ਹਨ ਤਾਂ ਮਰਨਾ ਤੇ ਜਿਉਣਾ ਦੋਵੇਂ ਸੌਖੇ ਹੋ ਜਾਂਦੇ ਹਨ। ਉਹ ਤੁਹਾਨੂੰ ਦੋਵੇਂ ਫੈਸਲੇ ਕਰਨ 'ਚ ਮਦਦ ਦਿੰਦੇ ਹਨ। ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ਜ਼ਿੰਦਗੀ ਦੀ ਭਰੀ ਬੱਸ ਵਿੱਚ ਮੈਨੂੰ ਪਛਾਣ ਲਿਆ ਸੀ ਅਤੇ ਆਪ ਸੁੰਗੜ ਕੇ ਮੈਨੂੰ ਆਪਣੇ ਕੋਲ ਬਿਠਾ ਲਿਆ ਸੀ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਸੀ ਕਿ ਕੋਸ਼ਿਸ਼ ਕੀਤੀ ਜਾਵੇ ਤਾਂ ਮੌਤ ਨੂੰ ਟਾਲਿਆ ਜਾ ਸਕਦਾ ਸੀ। ਮੈਨੂੰ ਡਾਕਟਰੀ ਮਦਦ ਮਿਲ ਰਹੀ ਸੀ। ਡਾਕਟਰ ਸਾਡਾ ਇਲਾਜ ਨਹੀਂ ਕਰਦੇ, ਉਹ ਸਾਨੂੰ ਠੀਕ ਹੋਣ ਲਈ ਰਾਜ਼ੀ ਕਰਦੇ ਹਨ। ਅਸੀਂ ਉਹਨਾਂ ਦੀਆਂ ਦਵਾਈਆਂ ਨਾਲ ਠੀਕ ਨਹੀਂ ਹੁੰਦੇ, ਦਵਾਈਆਂ ਸਾਨੂੰ ਠੀਕ ਹੋਣ ਦਾ ਸਾਹਸ ਦਿੰਦੀਆਂ ਹਨ। ਜਦੋਂ ਮਰੀਜ਼ ਡਾਕਟਰ ਨੂੰ ਆਪਣੇ ਵੱਲੋਂ ਇਲਾਜ ਨੂੰ ਸਵੀਕਾਰ ਕਰਨ ਦੀ ਸਹਿਮਤੀ ਦੇ ਦੇਵੇ ਤਾਂ ਗੁਆਚੇ ਹੋਏ ਰਾਹ ਮੁੜ ਦਿਸਣ ਲੱਗ ਪੈਂਦੇ ਹਨ। ਜਦੋਂ ਕੋਈ ਵੀ ਰਾਹ ਵਿਖਾਈ ਨਾ ਦੇਵੇ ਤਾਂ ਜਿਹੜਾ ਤੁਹਾਡੇ ਪੈਰਾਂ ਥੱਲੇ ਹੁੰਦਾ ਹੈ ਉਹੀ ਠੀਕ ਰਾਹ ਹੁੰਦਾ ਹੈ। ਸਭ ਰਾਹ ਇੱਕ ਦੂਜੇ ਨਾਲ ਜੁੜੇ ਹੋਏ ਹਨ। ਛੋਟੀਆਂ ਸੜਕਾਂ ਵੱਡੀਆਂ ਸੜਕਾਂ ਨਾਲ ਜੁੜੀਆਂ ਹੋਈਆਂ ਹਨ। ਨਿੱਕੇ ਨਿੱਕੇ ਨਾਲੇ ਚਲਦੇ ਚਲਦੇ ਦਰਿਆ ਬਣ ਜਾਂਦੇ ਹਨ। ਮਨੁੱਖ ਦੀ ਕੋਈ ਵੀ ਇੱਛਾ ਪੂਰੀ ਤਰ੍ਹਾਂ ਪੂਰੀ ਨਹੀਂ ਹੁੰਦੀ। ਕਿਸੇ ਵੀ ਦੁਰਘਟਨਾ ਉਪਰੰਤ ਪੂਰੀ ਤਰ੍ਹਾਂ ਠੀਕ ਹੋਣ ਦੀ ਇੱਛਾ ਵੀ ਪੂਰੀ ਨਹੀਂ ਹੋਏਗੀ, ਪਰ ਕੁਦਰਤ ਤੁਹਾਨੂੰ ਜੋ ਕੁਝ ਤੁਸੀਂ ਕਰਦੇ ਰਹੇ ਹੋ ਉਹ ਕੁਝ ਕਰਨ ਲਈ ਲੋੜੀਂਦੀ ਸ਼ਕਤੀ ਅਕਸਰ ਵਾਪਸ ਕਰ ਦਿੰਦੀ ਹੈ। ਕਿਸੇ ਦੁਰਘਟਨਾ ਉਪਰੰਤ ਵਾਪਸ ਮੁੜਨ ਦਾ ਅਨੁਭਵ ਵੀ ਬੜਾ ਅਜੀਬ ਹੈ। ਹਾਦਸਾ ਤੁਹਾਡੇ ਨਾਲ ਵਾਪਰਿਆ ਹੁੰਦਾ ਹੈ, ਡਰੇ ਹੋਏ ਘਰ ਵਾਲੇ ਹੁੰਦੇ ਹਨ। ਹਾਦਸੇ ਤੋਂ ਮਗਰੋਂ ਘਰ ਮੁੜਨ ਦਾ ਸਫ਼ਰ ਬਨਵਾਸ ਤੋਂ ਵਾਪਸ ਘਰ ਮੁੜਨ ਦੇ ਸਫ਼ਰ ਵਾਂਗ ਹੁੰਦਾ ਹੈ। ਸੋਚਦਾ ਹਾਂ, ਜਦੋਂ ਰਾਮਚੰਦਰ ਬਨਵਾਸ ਤੋਂ ਮਗਰੋਂ ਅਯੁੱਧਿਆ ਵਾਪਸ ਮੁੜੇ ਸਨ, ਉਹ ਕੋਈ ਹੋਰ ਰਾਮ ਸਨ। ਮਨੁੱਖ ਦਾ ਸਭ ਤੋਂ ਵੱਧ ਵਫਾਦਾਰ ਸਾਥੀ ਉਹਦਾ ਆਪਣਾ ਹੌਸਲਾ ਹੁੰਦਾ ਹੈ, ਪਰ ਹਰ ਸਮੇਂ ਹੌਸਲੇ ਵਾਲੀ ਅਵਸਥਾ 'ਚ ਵਿਚਰਨਾ ਕਿਸੇ ਲਈ ਵੀ ਸੰਭਵ ਨਹੀਂ ਹੁੰਦਾ। ਕਿਸੇ ਮਿੱਤਰ ਪਿਆਰੇ ਨੂੰ ਮੁਰੀਦ ਬਣ ਕੇ ਆਪਣਾ ਹਾਲ ਸੁਣਾਉਣ ਦੀ ਰੀਝ ਵੀ ਹੁਲਾਰਾ ਮਾਰਦੀ ਹੈ। ਜਦੋਂ ਮਨ ਉਖੜਿਆ ਹੋਵੇ ਤਾਂ ਜਿੰਨਾ ਮਰਜ਼ੀ ਯਤਨ ਕਰੋ, ਸ਼ਬਦ ਕਾਗਜ਼ ਉੱਤੇ ਬਹਿੰਦੇ ਹੀ ਨਹੀਂ। ਦਿਲ ਕਰਦਾ ਸੀ ਸਭ ਨੂੰ ਨਵੇਂ ਸਾਲ ਦੀਆਂ ਸ਼ੁਭ ਇੱਛਾਵਾਂ ਭੇਜਾਂ, ਪਰ ਜਦ ਤੱਕ ਮਨੁੱਖ ਆਪਣੇ ਆਪ ਨਾਲ ਇੱਕ ਸੁਰ 'ਤੇ ਸ਼ਾਂਤ ਨਾ ਹੋਵੇ, ਉਸ ਕੋਲ ਦੂਜਿਆਂ ਦਾ ਹਾਲ ਪੁੱਛਣ ਦੀ ਹਿੰਮਤ ਨਹੀਂ ਹੁੰਦੀ। ਮੇਲੇ ਨੂੰ ਮੇਲੇ ਦਾ ਭਾਗ ਬਣ ਕੇ ਹੀ ਵੇਖਿਆ ਜਾ ਸਕਦਾ ਹੈ। ਮੈਂ ਵੇਖਿਆ ਕਿ ਡਾਕਟਰ ਜਿੰਨੀਆਂ ਵੱਡੀਆਂ ਪੱਟੀਆਂ ਬੰਨ੍ਹ ਦਿੰਦੇ ਹਨ, ਜ਼ਖਮ ਓਨੇ ਵੱਡੇ ਨਹੀਂ ਹੁੰਦੇ। ਇਹ ਵੀ ਵੇਖਿਆ ਕਿ ਕੁਦਰਤ ਨੇ ਸਾਰਾ ਸਰੀਰ ਇੱਕ ਸੰਗਠਨ 'ਚ ਬੰਨ੍ਹਿਆ ਹੋਇਆ ਹੈ। ਸੱਟਾਂ ਵੀ ਤਾਲਮੇਲ ਨਾਲ ਲੱਗਦੀਆਂ ਹਨ। ਜਿਹੜਾ ਹੱਥ ਠੀਕ ਹੈ ਉੱਧਰ ਦਾ ਮੋਢਾ ਟੁੱਟਿਆ ਹੋਇਆ, ਜਿਹੜਾ ਮੋਢਾ ਠੀਕ ਹੈ ਉਸ ਪਾਸੇ ਦਾ ਹੱਥ ਸੁੱਤਾ ਹੋਇਆ। ਹਸਪਤਾਲਾਂ ਵਿੱਚ ਦਾਖਲ ਕਈ ਮਰੀਜ਼ ਭੈੜੇ ਡਾਕਟਰਾਂ ਤੋਂ ਖਹਿੜਾ ਛੁਡਾਉਣ ਲਈ ਆਪਣੇ ਠੀਕ ਹੋਣ ਦਾ ਬਹਾਨਾ ਲਾਉਂਦੇ ਸਹਿਜੇ ਹੀ ਵਿਖਾਈ ਦੇ ਜਾਣਗੇ। ਵੇਖਿਆ ਕਿ ਟੈਕਨੋਲੋਜੀ ਨੇ, ਮਸ਼ੀਨਾਂ ਨੇ ਸਾਨੂੰ ਅਨੇਕਾਂ ਕੰਮ ਕਰਨ ਤੋਂ ਮੁਕਤ ਕਰ ਦਿੱਤਾ ਹੈ ਅਤੇ ਸਾਡੀ ਵਿਹਲ ਵਧਾ ਦਿੱਤੀ ਹੈ, ਜਿਸ ਨੂੰ ਅਸੀਂ ਆਮ ਕਰਕੇ, ਉਦਾਸ ਹੋ ਕੇ, ਵਿਦਰੋਹ ਕਰਕੇ, ਹਿੰਸਾ ਰਾਹੀਂ ਜਾਂ ਵਧੇਰੇ ਦੁਰਘਟਨਾਵਾਂ ਵਿੱਚ ਖਰਚ ਕਰਦੇ ਹਾਂ। ਹਰ ਦੁਰਘਟਨਾ ਜੀਵਨ ਨੂੰ ਪਹਿਲੇ ਨਾਲੋਂ ਵਧੇਰੇ ਬੋਝਲ, ਔਖਾ ਅਤੇ ਗੁੰਝਲਦਾਰ ਬਣਾ ਦਿੰਦੀ ਹੈ। ਕਈ ਦੁਰਘਟਨਾਵਾਂ ਸਾਡੇ ਚੇਤੇ ਵਿੱਚ ਪੀੜੀ ਡਾਹ ਕੇ ਬਹਿ ਜਾਂਦੀਆਂ ਹਨ। ਕਹਿੰਦੇ ਤਾਂ ਹਨ ਕਿ ਅਸਮਾਨੀ ਬਿਜਲੀ ਕਿਸੇ ਵੀ ਥਾਂ ਦੋ ਵਾਰੀ ਨਹੀਂ ਡਿੱਗਦੀ, ਪਰ ਜਿਸ ਨਾਲ ਹਾਦਸਾ ਵਾਪਰਿਆ ਹੋਵੇ ਉਹ ਉਸੇ ਪ੍ਰਕਾਰ ਦੇ ਹਾਦਸੇ ਦੇ ਮੁੜ ਵਾਪਰਨ ਦੀ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ। ਹਰ ਕਿਸੇ ਨੂੰ ਵਿਆਹ ਵਾਂਗ ਦੁਰਘਟਨਾ ਉਪਰੰਤ ਵੀ ਆਪਣੀਆਂ ਕਈ ਆਦਤਾਂ ਬਦਲਣੀਆਂ ਪੈਂਦੀਆਂ ਹਨ। ਅਸੀਂ ਸਾਰੇ ਗਲਤੀਆਂ ਕਰਦੇ ਹਾਂ। ਇਹ ਸਾਡੀ ਲੋੜ ਹਨ ਤਾਂ ਜੋ ਸਾਡੇ ਵਿੱਚ ਲੋੜੀਂਦਾ ਸੁਧਾਰ ਵਾਪਰੇ। ਦੁਰਘਟਨਾਵਾਂ ਸਾਨੂੰ ਆਪਣੀ ਰਫ਼ਤਾਰ ਹੌਲੀ ਕਰਨ ਦਾ ਸਬਕ ਸਿਖਾਉਂਦੀਆਂ ਹਨ। ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਦਾਹਰਣ ਵਜੋਂ ਮੇਰੀ ਪਰੇਸ਼ਾਨੀ ਇਹ ਸੀ ਕਿ ਜਿਹੜੇ ਹਾਲ ਪੁੱਛਣ ਆਏ ਉਹਨਾਂ ਦੇ ਸਵਾਗਤ ਲਈ ਮੈਂ ਖੜ੍ਹਾ ਨਹੀਂ ਹੋ ਸਕਦਾ ਸੀ।
ਜਿਹੜੇ ਪਛੜ ਕੇ ਹਾਲ ਪੁੱਛਣ ਆਏ ਉਹਨਾਂ ਦਾ ਗਿਲਾ ਸ਼ਿਕਵਾ ਸੀ ਕਿ ਮੈਂ ਉਹਨਾਂ ਨੂੰ ਦੱਸਿਆ ਕਿਉਂ ਨਹੀਂ ਸੀ। ਉਹਨਾਂ ਨਾਲ ਵਾਅਦਾ ਕੀਤਾ ਕਿ ਅਗਲੀ ਵਾਰੀ ਜਲਦੀ ਦੱਸਣ ਦਾ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰਾਂਗਾ। ਜਿਹੜੇ ਪਛੜ ਕੇ ਆਏ ਉਹਨਾਂ ਨੂੰ ਹੋਣ ਵਾਲੀ ਨਿਰਾਸ਼ਤਾ ਨੂੰ ਘਟਾਉਣ ਲਈ ਖੁੱਲ੍ਹੀਆਂ ਹੋਈਆਂ ਪੱਟੀਆਂ ਮੁੜ ਬੰਨ੍ਹਣੀਆਂ ਪਈਆਂ। ਕਈਆਂ ਨੂੰ ਇਸ ਗੱਲ ਦਾ ਸਦਮਾ ਵੀ ਲੱਗਾ ਕਿ ਮੈਂ ਬਚ ਗਿਆ ਸਾਂ। ਕਈ ਹਾਲ ਪੁੱਛਣ ਇਉਂ ਆਏ ਜਿਵੇਂ ਮੇਰੀ ਪੇਸ਼ੀ ਪਾ ਰਹੇ ਹੋਣ। ਉਹਨਾਂ ਸਾਹਮਣੇ ਮੁਜਰਿਮਾਂ ਵਾਂਗ ਬਹਿਣਾ ਪਿਆ। ਦੁਰਘਟਨਾ ਉਪਰੰਤ ਸਭ ਤੋਂ ਵੱਡੀ ਸਮੱਸਿਆ ਸਮੇਂ ਨੂੰ ਗੁਜ਼ਾਰਨ ਦੀ ਹੋ ਨਿਬੜਦੀ ਹੈ। ਵਿਹਲੇ ਰਹਿਣਾ, ਹਰ ਵੇਲੇ ਬਿਸਤਰੇ 'ਚ ਲੇਟੇ ਰਹਿਣਾ ਅਤੇ ਹਰ ਵੇਲੇ ਹਾਈ ਹਾਈ ਕਰਨਾ ਬੜਾ ਮੁਸ਼ਕਿਲ ਹੈ, ਪਰ ਹਰ ਚੀਜ਼ ਦੀ ਆਦਤ ਪੈ ਜਾਂਦੀ ਹੈ। ਸਰੀਰ ਦੀ ਖੂਬੀ ਇਹ ਹੈ ਕਿ ਉਹ ਹਰ ਸਥਿਤੀ ਨੂੰ ਹੌਲੀ ਹੌਲੀ ਪ੍ਰਵਾਨ ਕਰਕੇ ਉਸ ਅਨੁਸਾਰ ਢਲ ਜਾਂਦਾ ਹੈ। ਕਿਉਂਕਿ ਘਰ ਵਿੱਚ ਮਰੀਜ਼ ਇੱਕ ਹੀ ਵਿਅਕਤੀ ਹੁੰਦਾ ਹੈ। ਸੱਟਾਂ ਲੱਗੀਆਂ ਹੋਣ ਕਾਰਨ ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾਂ ਸਮਝਣ ਦੀ ਥਾਂ ਉਹ ਆਪਣੇ ਆਪ ਨੂੰ ਵਿਸ਼ੇਸ਼ ਅਤੇ ਪਤਵੰਤਾ ਸਮਝਣ ਲੱਗ ਪੈਂਦਾ ਹੈ। ਉਸ ਦੀ ਘਰ ਦੀ ਰਸੋਈ ਵਿੱਚ ਦਿਲਚਸਪੀ ਵੱਧ ਜਾਂਦੀ ਹੈ। ਇਹ ਵੀ ਵੇਖਿਆ ਹੈ ਕਿ ਜਦੋਂ ਕੋਈ ਇੱਕ ਮਰੀਜ਼ ਹੋਵੇ ਤਾਂ ਸਾਰੇ ਡਾਕਟਰ ਬਣ ਜਾਂਦੇ ਹਨ, ਪਰ ਜਦੋਂ ਕੋਈ ਇੱਕ ਡਾਕਟਰ ਹੋਵੇ ਤਾਂ ਬਾਕੀ ਸਾਰੇ ਮਰੀਜ਼ ਹੋ ਨਿਬੜਦੇ ਹਨ। ਜਿਹੜਾ ਵੀ ਮਿਲਿਆ ਆਪਣੇ ਨਾਲ ਵਾਪਰੇ 2-3 ਹਾਦਸਿਆਂ ਦੇ ਵੇਰਵੇ ਜ਼ਰੂਰ ਦੱਸ ਕੇ ਗਿਆ। ਇਹ ਸਭ ਕੁਝ ਸੁਣ ਕੇ ਆਪਣੇ ਕਮਰੇ ਵਿੱਚ ਲੱਗੇ ਘੋੜੇ ਦੇ ਇੱਕ ਚਿੱਤਰ ਵੱਲ ਇਸ਼ਾਰਾ ਕਰਕੇ ਮੈਂ ਹਰ ਇੱਕ ਕਿਸੇ ਨੂੰ ਪੁੱਛ ਲੈਂਦਾ ਸਾਂ ਕਿ ਘੋੜੇ ਨੂੰ ਪੁੱਛਣ ਲੱਗੀ ਹੈ ਜਾਂ ਪੁੱਛਣ ਨੂੰ ਘੋੜਾ ਲੱਗਿਆ ਹੋਇਆ ਹੈ। ਕਈਆਂ ਨੂੰ ਮੈਂ ਵੀ ਪੁੱਛਿਆ ਕਿ ਤੁਹਾਡੇ ਘਰ ਅਖਬਾਰ ਆਉਂਦਾ ਹੈ ਜਾਂ ਅਖਬਾਰ ਆਉਂਦੀ ਹੈ। ਜਦੋਂ ਮੈਂ ਗੱਲਬਾਤ ਵਿੱਚ ਨਾਮ ਅਤੇ ਕਿਰਿਆ ਰਲਗੱਡ ਕਰਨੇ ਆਰੰਭ ਕਰ ਦਿੱਤੇ ਤਾਂ ਡਾਕਟਰ ਨੂੰ ਤਾਂ ਕੀ ਚਿੰਤਾ ਹੋਣੀ ਸੀ, ਮੇਰੀ ਪਤਨੀ ਘਬਰਾ ਗਈ ਅਤੇ ਉਹਦੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਵੇਖ ਕੇ ਮੈਂ ਪਹੁੰਚਿਆ ਹੋਇਆ ਵਿਦਵਾਨ ਬਣਨ ਤੋਂ ਸੰਕੋਚ ਕਰਨ ਲੱਗ ਪਿਆ ਅਤੇ ਚੁੱਪ ਰਹਿਣ ਲੱਗ ਪਿਆ ਅਤੇ ਹੌਲੀ ਹੌਲੀ ਘੋੜੇ ਅਤੇ ਪੂਛਲ ਦਾ ਸੰਬੰਧ ਸਪਸ਼ਟ ਹੋ ਗਿਆ ਅਤੇ ਸੋਚ ਦਾ ਧੁੰਦਲਾਪਣ ਜਾਂਦਾ ਰਿਹਾ। ਹਰ ਹਾਦਸੇ ਵਿੱਚ ਤਮਾਸ਼ੇ ਅਤੇ ਮਨੋਰੰਜਨ ਦੇ ਅੰਸ਼ ਵੀ ਹੁੰਦੇ ਹਨ। ਬਹੁਤੀ ਵੇਰ ਤਮਾਸ਼ੇ ਅਤੇ ਮਨੋਰੰਜਨ ਦੀ ਭਾਵਨਾ ਹੀ ਲੋਕਾਂ ਨੂੰ ਤੁਹਾਡੇ ਵੱਲ ਖਿੱਚ ਲਿਆਉਂਦੀ ਹੈ। ਭਾਂਤ ਭਾਂਤ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਉਹਨਾਂ ਦੇ ਜੀਵਨ ਅਨੁਭਵ ਸੁਣਨ ਦਾ ਅਵਸਰ ਮਿਲਦਾ ਹੈ। ਮਨੁੱਖੀ ਵਿਹਾਰ ਦੇ ਅਨੋਖੇ ਪੱਖਾਂ ਦਾ ਗਿਆਨ ਹੁੰਦਾ ਹੈ। ਵੇਖਿਆ ਹੈ ਕਿ ਮਿਲਣ ਵਾਲੇ ਮੁੱਖ ਤੌਰ 'ਤੇ 3 ਵੰਨਗੀਆਂ ਦੇ ਲੋਕ ਹੁੰਦੇ ਹਨ: ਪ੍ਰਚਾਰਕ, ਕਹਾਣੀਕਾਰ ਅਤੇ ਆਲੋਚਕ। ਪ੍ਰਚਾਰਕ ਤੁਹਾਨੂੰ ਇਹ ਦੱਸਣਗੇ ਕਿ ਸਭ ਕੁਝ ਵਾਹਿਗੁਰੂ ਦੇ ਭਾਣੇ ਅਤੇ ਹੁਕਮ ਅਨੁਸਾਰ ਵਾਪਰਦਾ ਹੈ। ਉਹ ਤੁਹਾਡੇ ਬਚ ਜਾਣ ਨੂੰ ਰੱਬੀ ਵਿਉਂਤ ਦਾ ਇੱਕ ਪੱਖ ਬਣਾ ਕੇ ਪੇਸ਼ ਕਰਨਗੇ। ਕਹਾਣੀਕਾਰ ਅਜਿਹੀਆਂ ਦੁਰਘਟਨਾਵਾਂ ਦੀਆਂ ਅਨੇਕਾਂ ਹੋਰ ਕਹਾਣੀਆਂ ਸੁਣਾਉਣਗੇ ਅਤੇ ਤੁਹਾਡੇ ਡਿੱਗਦੇ ਜਾਂਦੇ ਹੌਸਲੇ ਨੂੰ ਖੜ੍ਹਾ ਕਰ ਦੇਣਗੇ। ਆਲੋਚਕ ਦੂਜੀ ਧਿਰ ਦੇ ਨੁਕਸ ਕੱਢ ਕੇ ਤੁਹਾਡੇ ਨਾਲ ਆਪਣੀ ਹਮਦਰਦੀ ਪ੍ਰਗਟਾਉਣਗੇ। ਇਹਨਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਦੀ ਤੁਹਾਡੇ ਵਿੱਚ ਡੂੰਘੀ ਦਿਲਚਸਪੀ ਹੁੰਦੀ ਹੈ। ਇਹ ਤਿੰਨੇ ਵੰਨਗੀਆਂ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨ ਦਾ ਭਰਪੂਰ ਉਪਰਾਲਾ ਕਰਦੀਆਂ ਹਨ। ਇਹ ਵੀ ਵੇਖਿਆ ਹੈ ਕਿ ਪੁਰਸ਼ ਅਕਸਰ ਪ੍ਰਾਪਤੀਆਂ ਅਤੇ ਨਫੇ ਨੁਕਸਾਨ ਦੀਆਂ ਗੁਆਣ ਪਾਉਣ ਦੀਆਂ ਗੱਲਾਂ ਕਰਦੇ ਹਨ, ਜਦਕਿ ਇਸਤਰੀਆਂ ਆਪਣੇ ਆਪ ਨੂੰ ਰਿਸ਼ਤਿਆਂ ਦੇ ਸੰਦਰਭ ਵਿੱਚ ਪ੍ਰਗਟਾਉਂਦੀਆਂ ਹਨ। ਹਮਦਰਦੀ ਪ੍ਰਗਟਾਉਣ ਅਤੇ ਜਤਲਾਉਣ ਦੇ ਪੱਖੋਂ ਇਸਤਰੀਆਂ ਵਧੇਰੇ ਸੁਹਿਰਦ ਹੁੰਦੀਆਂ ਹਨ ਅਤੇ ਵਧੇਰੇ ਨਿਪੁੰਨ ਵੀ ਹੁੰਦੀਆਂ ਹਨ। ਇਹ ਮਨੁੱਖੀ ਸੁਭਾਅ ਹੈ ਕਿ ਅਸੀਂ ਸਾਰੇ ਆਪਣੇ ਦੁੱਖਾਂ ਅਤੇ ਸੁੱਖਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਾਂ। ਇਹ ਸ਼ਾਇਦ ਇਸ ਲਈ ਕਿ ਇਵੇਂ ਕਰਨ ਨਾਲ ਅਸੀਂ ਆਪਣੇ ਵਿਸ਼ੇਸ਼ ਹੋਣ ਦਾ ਭਰਮ ਪਾਲਦੇ ਹਾਂ। ਜਿੰਨਾ ਚਿਰ ਕਿਸੇ ਦੇ ਪੱਟੀਆਂ ਬੰਨੀਆਂ ਹੁੰਦੀਆਂ ਹਨ ਉਹਨੂੰ ਵਿਸ਼ੇਸ਼ ਵਿਅਕਤੀ ਸਮਝਿਆ ਜਾਂਦਾ ਹੈ, ਪਰ ਪੱਟੀ ਖੁੱਲ੍ਹਦਿਆਂ ਹੀ ਉਸ ਨਾਲ ਸਧਾਰਨ ਮਨੁੱਖ ਵਾਲਾ ਵਿਹਾਰ ਕੀਤਾ ਜਾਂਦਾ ਹੈ। ਪੱਟੀਆਂ ਖੁੱਲ੍ਹਦਿਆਂ ਹੀ ਉਸ ਦਾ ਰੁਤਬਾ ਘਟ ਜਾਂਦਾ ਹੈ। ਵੇਖਿਆ ਕਿ ਹਾਰ ਜਾਂ ਸਫਲਤਾ ਜਾਂ ਦੁਰਘਟਨਾ ਜਾਂ ਹਾਦਸੇ ਤੋਂ ਸ਼ਰਮਸਾਰ ਹੋਣ ਦੀ ਲੋੜ ਨਹੀਂ। ਅਸੀਂ ਬਹੁਤ ਕੁਝ ਕੇਵਲ ਇਹਨਾਂ ਸਾਧਨਾਂ ਰਾਹੀਂ ਹੀ ਸਿੱਖਣਾ ਹੁੰਦਾ ਹੈ। ਕਿਸੇ ਨੇ ਵੀ ਪਹਿਲੀ ਕੋਸ਼ਿਸ਼ ਵਿੱਚ ਹੀ ਸਾਈਕਲ ਚਲਾਉਣੀ ਨਹੀਂ ਸਿੱਖੀ ਹੁੰਦੀ। ਹਰ ਕੋਈ ਡਿੱਗਿਆ ਹੁੰਦਾ ਹੈ, ਗੋਡੇ, ਕੂਹਣੀਆਂ 'ਤੇ ਸੱਟਾਂ ਲੱਗੀਆਂ ਹੁੰਦੀਆਂ ਹਨ। ਸਿੱਖਿਆ ਸਾਈਕਲ ਜਾਂ ਪ੍ਰਾਪਤ ਕੀਤੀ ਸਿਖਲਾਈ ਭੁੱਲਦੀ ਨਹੀਂ। ਭਾਵੇਂ ਕੋਈ ਸਿੱਖਣ ਮਗਰੋਂ 30 ਸਾਲ ਸਾਈਕਲ ਨਾ ਚਲਾਵੇ, ਉਹ ਅੱਧੇ ਘੰਟੇ ਦੇ ਅਭਿਆਸ ਨਾਲ ਫਿਰ ਚਲਾਉਣ ਲੱਗ ਪੈਂਦਾ ਹੈ, ਕਿਉਂਕਿ ਗੋਡੇ ਦੇ ਕੂਹਣੀਆਂ ਦੀਆਂ ਸੱਟਾਂ ਰਾਹੀਂ ਉਸਨੇ ਅਸਫਲਤਾ ਹੰਢਾ ਲਈ ਹੁੰਦੀ ਹੈ। ਉਸ ਕੋਲ ਸਿੱਖਣ ਦਾ ਭਰੋਸਾ ਪੈਦਾ ਹੋ ਚੁੱਕਾ ਹੁੰਦਾ ਹੈ। ਦੁਰਘਟਨਾ ਦਾ ਸ਼ਿਕਾਰ ਵਿਅਕਤੀ ਸਾਰੀ ਦੁਨੀਆ ਨੂੰ ਮਮਤਾ ਅਤੇ ਅਸੀਸ ਭਰੀ ਅੱਖ ਨਾਲ ਵੇਖਦਾ ਹੈ। ਜਦੋਂ ਜ਼ਖਮੀ ਵਿਅਕਤੀ ਠੀਕ ਹੋ ਜਾਂਦਾ ਹੈ ਤਾਂ ਸਮਾਜ ਉਸ ਨੂੰ ਮੁੜ ਸਵੀਕਾਰ ਕਰ ਲੈਂਦਾ ਹੈ
ਤੇ ਜੀਵਨ ਦਾ ਪ੍ਰਵਾਹ ਮੁੜ ਬਹਾਲ ਹੋ ਜਾਂਦਾ ਹੈ। ਰਿਸ਼ਤਿਆਂ ਦੇ ਟੁੱਟ ਰਹੇ ਧਾਗੇ ਜੁੜ ਜਾਂਦੇ ਹਨ ਤੇ ਘਰੋਂ ਘਰੀ ਜਾ ਲੁਕੇ ਜ਼ਿੰਦਗੀ ਦੇ ਰੰਗ ਮੁੜ ਆਉਂਦੇ ਹਨ। ਪਤਝੜ ਤੋਂ ਬਾਅਦ ਬਸੰਤ ਰੁੱਤ ਨੇ ਆਉਣਾ ਹੀ ਹੁੰਦਾ ਹੈ। ਦੁਰਘਟਨਾ ਵੇਲੇ ਮੌਤ ਦੇ ਸਾਹਮਣੇ ਖਲੋਤਾ ਵਿਅਕਤੀ ਜ਼ਿੰਦਗੀ ਦੇ ਪੂਰੇ ਅਕਸ ਨੂੰ, ਮਕਸਦ ਨੂੰ, ਜ਼ਿੰਦਗੀ ਦੀ ਪੂਰੀ ਡੂੰਘਾਈ ਤੇ ਉੱਚਾਈ ਨੂੰ ਪੂਰੀ ਸ਼ਿੱਦਤ ਨਾਲ ਪਕੜ ਸਕਣ ਦੇ ਯੋਗ ਹੋ ਜਾਂਦਾ ਹੈ। ਉਸ ਦੀ ਦ੍ਰਿਸ਼ਟੀ ਹੋਰ ਵਿਸ਼ਾਲ ਹੋ ਜਾਂਦੀ ਹੈ। ਇਹ ਦੁਰਘਟਨਾ ਦੀ ਨੇਕ ਕਮਾਈ ਹੁੰਦੀ ਹੈ। ਦੂਜਿਆਂ ਦੀ ਹਮਦਰਦੀ ਤੁਹਾਨੂੰ ਜ਼ਿੰਦਗੀ ਵੱਲ ਮੋੜ ਲਿਆਉਂਦੀ ਹੈ। ਭੋਜਨ ਸਾਡਾ ਵਰਤਮਾਨ ਨਾਲ ਸੰਬੰਧ ਜੋੜ ਦਿੰਦਾ ਹੈ। ਭੋਜਨ ਸਰੀਰ ਵਿੱਚ ਜੀਵਨ ਦੀ ਤਾਂਘ ਉਪਜਾਉਂਦਾ ਹੈ। ਭੋਜਨ ਜੀਵਨ ਦੀ ਲੋਰੀ ਹੈ। ਕਿਸੇ ਨੇ ਪੁੱਛਿਆ, ਹੁਣ ਬਚ ਗਏ ਹੋ, ਕੀ ਕਰੋਗੇ? ਮੇਰਾ ਉੱਤਰ ਹੈ, ਬਾਕੀ ਦਾ ਜੀਵਨ ਜਿਸ ਨੇ ਬਚਾਇਆ ਉਹਦਾ ਤੇ ਜਿਸ ਸੰਸਾਰ ਵਿੱਚ ਉਹ ਰਹਿੰਦਾ ਹੈ ਉਸ ਸੰਸਾਰ ਦਾ ਧੰਨਵਾਦ ਕਰਨ ਦੇ ਯੋਗ ਹੋਣ ਵਿੱਚ ਗੁਜ਼ਾਰਾਂਗਾ। ਲੰਮਾ ਅਰਸਾ ਜਿਸ ਬਾਰੀ ਵਿੱਚੋਂ ਅਸਮਾਨ ਵੇਖਦਾ ਰਿਹਾ, ਉਸੇ ਬਾਰੀ ਵਿੱਚੋਂ ਦਿਖਾਈ ਦਿੰਦੀ ਤਿੜਕੀ ਹੋਈ ਕੰਧ ਵਿੱਚ ਇੱਕ ਬੂਟਾ ਉੱਗ ਰਿਹਾ ਹੈ। ਉਸ ਵਿੱਚੋਂ ਨਿਕਲਿਆ ਪਹਿਲਾ ਪੱਤਾ ਮੈਨੂੰ ਜ਼ਿੰਦਗੀ ਦਾ ਇੱਕ ਵੱਡਾ ਭੇਦ ਸਮਝਾਉਂਦਾ ਰਿਹਾ ਹੈ। ਤਿੜਕੀ ਹੋਈ ਕੰਧ ਵਿੱਚ ਉੱਗਿਆ ਬੂਟਾ ਮੇਰਾ ਚੋਣ ਨਿਸ਼ਾਨ ਹੈ। ਧੰਨਵਾਦ।